खेड के मैदान में वड्डियां मल्लां मारन वाले खिडारी जिन्हां ने कौमांतरी पद्धर ते देश का नां रोशन किया है, वो खिडारी हुण सरकार तो ही नाराज चल रहे हैं। हर चैंपीयनशिप च मैडल जितण वाले खिडारी नौकरी लई दर-दर दीआं ठोकरां खाण नूं मजबूर ने। हालात अजिहे ने कि हुण एक तो बाद एक खिडारी सरकार के खिलाफ मोर्चा खोल रहा है। ਮੈਡਲਾਂ ਦੇ ਨਾਲ ਭਰੀ ਦੀਵਾਰ, ਇੱਕ ਤੋਂ ਇੱਕ ਵੱਡੇ ਐਵਾਰਡ ਦੇ ਨਾਲ ਭਰਿਆ ਕਮਰਾ, ਹਰ ਤਰਫ ਜਿੱਤ ਦੇ ਨਿਸ਼ਾਨ। ਇਹ ਤਸਵੀਰਾਂ ਨੇ ਕੌਮਾਂਤਰੀ ਖਿਡਾਰੀ ਦੇ ਖੇਡ ਮੈਦਾਨ ਦੇ ਵਿੱਚ ਉਸ ਦੀ ਅਣਥੱਕ ਮਿਹਨਤ ਦੀਆਂ। ਤਸਵੀਰਾਂ ਖੇਡ ਦੇ ਹਰ ਮੈਦਾਨ ਦੇ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਦਿਆਂ ਮੈਡਲ ਆਪਣੇ ਗਲ ਦੇ ਵਿੱਚ ਪਾਉਣ ਦੀਆਂ। ਪਰ ਖੁਸ਼ੀ ਦੀਆਂ ਇਹਨਾਂ ਤਸਵੀਰਾਂ ਦੇ ਪਿੱਛੇ ਗਮ ਵੀ ਲੁਕਿਆ ਹੋਇਆ ਹੈ। ਇਹ ਦਰਦ ਜੋ ਇਹਨਾਂ ਖਿਡਾਰੀਆਂ ਨੂੰ ਸਰਕਾਰਾਂ ਨੇ ਦਿੱਤਾ ਹੈ, ਇਹ ਦਰਦ ਜਿਸ ਦਾ ਜ਼ਿੰਮੇਵਾਰ ਇਸ ਸਰਕਾਰਾਂ ਨੂੰ ਦੱਸਦੇ ਨੇ। ਦਰਦ ਵਾਅਦਾ ਕਰਕੇ ਵਾਅਦਾ ਖਿਲਾਫੀ ਕਰਨ ਦਾ। ਦਰਅਸਲ ਕੌਮਾਂਤਰੀ ਪੱਧਰ ਤੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਪਿਛਲੇ ਕਈ ਸਾਲਾਂ ਤੋਂ ਨੌਕਰੀ ਲਈ ਦਰ-ਦਰ ਭਟਕ ਰਿਹਾ ਹੈ, ਪਰ ਨਾ ਤਾਂ ਉਸ ਦੀ ਆਵਾਜ਼ ਖੇਡ ਵਿਭਾਗ ਸੁਣ ਰਿਹਾ ਹੈ, ਨਾ ਹੀ ਸਰਕਾਰ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ। ਕਿ ਅਸੀਂ ਉਹ ਧਰਨੇ ਪ੍ਰਦਰਸ਼ਨ ਕੀਤੇ ਸੀ ਜਦੋਂ ਜੰਗਾਂ ਵੀ ਚੱਲੀਆਂ, ਸਾਡੇ ਪਲੇਅਰਾਂ ਦੇ ਤਸ਼ੱਦਦ ਵੀ ਹੋਏ ਤੇ ਬਾਅਦ 'ਚ ਕੈਪਟਨ ਸਾਹਿਬ ਨੇ ਮਾਫੀ ਮੰਗ ਲਈ ਤੇ ਅਗਲੀ ਹੀ ਪਾਲਿਸੀ ਕੈਬਨਿਟ ਦੇ ਵਿੱਚ ਨੌਕਰੀਆਂ ਦੇਣ ਦੀ ਲਈ ਪਾਲਿਸੀ ਲੈ ਕੇ ਆਉਣ ਦੇ ਲਈ ਰਾਣਾ ਸੋਢੀ ਜੀ ਨੂੰ ਕਿਹਾ, ਪਰ ਰਾਣਾ ਸੋਢੀ ਜੀ ਵੀ ਲਾਰੇਬਾਜ਼ ਤੇ ਉਹ ਨਾ ਤਾਂ ਪਾਲਿਸੀ ਆਈ ਤੇ ਨਾ ਕੁਝ ਹੋਇਆ, ਉਹਨਾਂ ਦੀ ਸਰਕਾਰ ਹੀ ਜੰਦੀ ਬਣੀ। ਸੰਜੀਵ ਸ਼ਰੀਰਿਕ ਤੌਰ ਤੇ ਸਹੀ ਨਹੀਂ ਹੈ, ਨਾ ਹੀ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਹੈ। ਬਾਵਜੂਦ ਇਸ ਦੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੰਜੀਵ ਨੇ ਕੋਈ ਕਸਰ ਨਹੀਂ ਛੱਡੀ। ਉਸਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਇਆ ਤੇ ਕੌਮਾਂਤਰੀ ਪੱਧਰ ਤੇ ਨਾ ਖੱਟਿਆ। ਸੰਜੀਵ ਕਹਿੰਦਾ ਹੈ ਕਿ ਉਸਦੇ ਕੋਲ ਮੈਡਲਾਂ ਦੀ ਕੋਈ ਕਮੀ ਨਹੀਂ ਹੈ, ਪਰ ਸਰਕਾਰਾਂ ਨੇ ਉਸ ਨੂੰ ਅਣਗੌਲਿਆ ਕਰ ਦਿੱਤਾ। ਨੌਕਰੀ ਲਈ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਦੇ ਕੋਲ ਗਿਆ, ਪਰ ਕਿਸੇ ਨੇ ਉਸ ਦੀ ਬਾਂਹ ਤੱਕ ਨਹੀਂ ਫੜੀ। ਮੁੱਖ ਮੰਤਰੀ ਦੇ ਚੰਨੀ ਸਾਹਿਬ ਦੇ OSD ਨੂੰ ਮੰਗ ਪੱਤਰ ਸਪੈਸ਼ਲ ਮੈਂ ਆਪ ਨਾਲ ਜਾ ਕੇ ਦਿੱਤਾ ਸੀ, ਪਰ ਉਸ ਤੋਂ ਬਾਅਦ ਹੋਇਆ ਕੁਝ ਨਹੀਂ, ਐਲਾਨ ਹੀ ਹੋ ਰਿਹਾ। ਸਾਡੇ ਪਲੇਅਰ 3-3 ਰਾਤਾਂ ਉੱਥੇ ਬਾਹਰ CM ਦੀ ਗੇਟ ਦੇ ਉੱਪਰ ਬੈਠ ਕੇ ਆਏ ਆ, ਪਰ ਕਿਸੇ ਨੇ ਮੁਲਾਕਾਤ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਹੋਈ। ਖਿਡਾਰੀ ਮੁਤਾਬਕ ਸਰਕਾਰ ਦੀ ਵਾਅਦਾ ਖਿਲਾਫੀ ਦਾ ਸ਼ਿਕਾਰ ਹੋਏ ਖਿਡਾਰੀ ਸੰਜੀਵ ਨੇ ਹੁਣ ਦੇਸ਼ ਛੱਡਣ ਦੀ ਗੱਲ ਆਖੀ ਹੈ। ਉਸ ਦਾ ਕਹਿਣਾ ਕਿ ਸਰਕਾਰ ਨੂੰ ਜੇਕਰ ਉਹਨਾਂ ਦੀ ਲੋੜ ਨਹੀਂ ਹੈ ਤਾਂ ਇੱਥੇ ਨਹੀਂ ਰਹਿਣਗੇ। ਅਜਿਹੇ 'ਚ ਵੇਖਣਾ ਹੋਏਗਾ ਕਿ ਆਖਿਰ ਸਰਕਾਰਾਂ ਇਹਨਾਂ ਖਿਡਾਰੀਆਂ ਲਈ ਕੀ ਕਦਮ ਚੁੱਕਦੀ ਹੈ। ਫਾਜ਼ਿਲਕਾ ਤੋਂ ਪ੍ਰਦੀਪ ਕੁਮਾਰ, ਨਿਊਜ਼ 18 ਪੰਜਾਬ। ਤੇ ਹੁਣ ਗੱਲ ਮੱਕੜੀ ਗੈਂਗ ਦੀ, ਜਿਸ ਨੇ ਇੱਕ ਵਾਰ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਮੱਕੜੀ ਗੈਂਗ ਦੇ ਮੱਕੜ ਜਾਲ 'ਚ ਫਸ ਕੇ ਇੱਕ ਹਲਵਾਈ ਠੱਗੀ ਦਾ ਸ਼ਿਕਾਰ ਹੋ ਗਿਆ। ਪਲਕ ਝਪਕਦੇ ਹੀ ਇਸ ਗੈਂਗ ਨੇ ਹਲਵਾਈ ਨੂੰ ਨਿਸ਼ਾਨਾ ਬਣਾਇਆ ਅਤੇ ਹਲਵਾਈ ਹੱਥ ਮਲਦਾ ਰਹਿ ਗਿਆ। ਇੱਕ ਵਾਰ ਤਾਂ ਮੱਕੜੀ ਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਸਕਦੇ ਨੇ ਤੇ ਇਹੀ ਡਰ ਕਈ ਵਾਰ ਤੁਹਾਡੇ ਲਈ ਭਾਰੀ ਵੀ ਪੈ ਜਾਂਦਾ ਹੈ। ਇਸ ਹਲਵਾਈ ਜੋੜੇ ਦੇ ਨਾਲ ਵੀ ਐਸਾ ਹੀ ਕੁਝ ਹੋਇਆ। ਪਾਣੀਪਤ 'ਚ ਮੱਕੜੀ ਗੈਂਗ ਇੱਕ ਵਾਰ ਫਿਰ ਸਰਗਰਮ ਹੋ ਗਿਆ। ਗੈਂਗ ਦੇ 2 ਮੈਂਬਰਾਂ ਨੇ ਇੱਕ ਹਲਵਾਈ ਨੂੰ ਨਿਸ਼ਾਨਾ ਬਣਾਇਆ ਅਤੇ ਉਹ ਵੀ ਲੱਡੂ ਦੇ ਬਹਾਨੇ। ਤੁਸੀਂ ਵੀ ਸੋਚ ਰਹੇ ਹੋਗੇ ਭਲਾ ਅਜਿਹਾ ਕਿਵੇਂ ਹੋ ਸਕਦਾ ਹੈ, ਤਾਂ ਪੀੜਤ ਦੀ ਜ਼ੁਬਾਨੀ ਹੀ ਸੁਣੋ कि आखिर वो ठगी का शिकार होया किवें। अंदर आकर मेरे बोला, अंकल मकड़ी चढ़ गई तेरे पीछे मकड़ी चढ़ गई। मैं कहा मकड़ी कहाँ से चढ़ गई भाई, मकड़ी तो नहीं है। फिर बोला कमीज काट दे। तो मैंने ऐसे कमीज काट के ऐसे पीछे कर दिए पीछे। तो मेरी जेब में पैसे थे 25,000 यहाँ थे, मैंने किसी को देने थे, मतलब घी चीनी वाले को, तो इधर देने थे कल की, मतलब सेल साल के थे 32,000 रुपये थे। दरअसल मकड़ी का डर दिखा के मकड़ी गैंग गुआंढी दुकानदार दे नाल भी लुट की कोशिश कर चुकिया सी। इसकी एक CCTV तस्वीर भी सामने आई। तुसी देख सकते हो एक शख्स अपनी शर्ट उतारदा है, पर जदों लुट च कामयाब नहीं होए तां इन्हां दोनों ने हलवाई नूं निशाना बनाया। गर्दन ते मकड़ी का डर दिखा के इन्हां ने पहला तां हलवाई की शर्ट उतरवाई ते फिर जेब चों 32,000 रुपए लै उड़ गए। फिलहाल पुलिस इस गैंग की तलाश च जुटी हुई है। वो लड्डू तोलने लगा, बोला भाई अंकल आपकी गर्दन में मकड़ी चढ़ी हुई है, जो मकड़ी मैं उतरवा देता हूँ आपकी। तो कपड़े निकालने लगा। कपड़े निकालते ही वो बोला भाई लड्डू मैं घर पूछ के आता हूँ भाई कितने लेने हैं, कैसे लेने हैं। तो वापिस चला गया। बाहर एक बाइक वाला खड़ा था, उसकी बाइक पे बैठ के चला गया।
ਪਾਣੀਪਤ ਦੀ ਰਾਜੀਵ ਕਲੋਨੀ 'ਚ ਮੱਕੜੀ ਗੈਂਗ ਦੀ ਇਸ ਵਾਰਦਾਤ ਨਾਲ ਦੁਕਾਨਦਾਰਾਂ ਦੀ ਨੀਂਦ ਉੱਡੀ ਹੋਈ ਹੈ। ਇਸ ਤੋਂ ਪਹਿਲਾਂ ਕਿ ਇਹ ਗੈਂਗ ਦੂਸਰੇ ਲੋਕਾਂ ਨੂੰ ਨਿਸ਼ਾਨਾ ਬਣਾਏ, ਇਸ ਤੋਂ ਪਹਿਲਾਂ ਤੁਸੀਂ ਸਾਵਧਾਨ ਰਹੋ, ਕਿਤੇ ਐਸਾ ਨਾ ਹੋਵੇ ਕਿ ਮੱਕੜੀ ਦਾ ਡਰ ਤੁਹਾਡੀ ਜੇਬ ਤੇ ਵੀ ਭਾਰੀ ਪੈ ਜਾਏ। ਪਾਣੀਪਤ ਤੋਂ ਸੁਮਿਤ ਭਾਰਦਵਾਜ, ਨਿਊਜ਼ 18।